ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਮੈਂ ਹਾਂ ਦਵਿੰਦਰ ਸਿੰਘ, SST ਮਾਸਟਰ, ਗੌਰਮੈਂਟ ਹਾਈ ਸਕੂਲ ਕੋਟ ਮਹਿਤਾਬ। ਪਿਆਰੇ ਵਿਦਿਆਰਥੀਓ, ਇਹ ਵੀਡੀਓ ਦਾ ਚੌਥਾ ਭਾਗ ਹੈ। ਇਸ ਤੋਂ ਪਹਿਲਾਂ ਅਸੀਂ 3 ਭਾਗ ਕੰਪਲੀਟ ਕਰ ਚੁੱਕੇ ਹਾਂ। ਚੈਪਟਰ ਇੰਡੀਆ ਸਾਈਜ਼ ਐਂਡ ਲੋਕੇਸ਼ਨ। ਇਸ ਪਾਰਟ ਦੇ ਵਿੱਚ ਅਸੀਂ ਭਾਰਤ ਰਾਜਨੀਤਿਕ ਪ੍ਰਬੰਧ, ਇੰਡੀਆ ਪੋਲੀਟੀਕਲ ਐਡਮਿਨਿਸਟ੍ਰੇਸ਼ਨ ਨੂੰ ਡਿਸਕਸ ਕਰਾਂਗੇ। ਸੋ ਆਓ ਸ਼ੁਰੂ ਕਰਦੇ ਹਾਂ ਇਹ ਚੈਪਟਰ। ਇਸ ਦੇ ਵਿੱਚੋਂ ਜਿਹੜੇ ਮਹੱਤਵਪੂਰਨ MCQs ਪ੍ਰਸ਼ਨ ਬਣਦੇ ਨੇ, ਜੋ ਕਿ NTSC ਐਗਜ਼ਾਮ ਦੇ ਵਿਊ ਪੁਆਇੰਟ ਤੋਂ ਬਹੁਤ ਇੰਪੋਰਟੈਂਟ ਨੇ, ਉਹਨਾਂ ਨੂੰ ਅਸੀਂ ਡਿਸਕਸ ਕਰਾਂਗੇ। ਭਾਰਤ ਪ੍ਰਬੰਧਕੀ ਪੱਖੋਂ 29 ਰਾਜਾਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਹੋਇਆ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਪਹਿਲਾਂ 29 ਰਾਜ ਹੁੰਦੇ ਸੀ ਅਤੇ 7 ਇੰਡੀਆ ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਹੁੰਦੇ ਸੀ। ਪਰ ਅੱਜ ਕੱਲ੍ਹ ਇਹਨਾਂ ਦੀ ਸੰਖਿਆ, ਸਟੇਟਾਂ ਦੀ ਸੰਖਿਆ 28 ਹੈ, ਜਦੋਂ ਕਿ ਕੇਂਦਰ ਸ਼ਾਸਿਤ ਪ੍ਰਦੇਸ਼, ਯੂਨੀਅਨ ਟੈਰੀਟਰੀ, ਇਹਨਾਂ ਦੀ ਸੰਖਿਆ 8 ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਨੇ ਪੁੱਛੇ ਜਾ ਸਕਦੇ ਨੇ, ਤੁਸੀਂ ਯਾਦ ਰੱਖਣੀ ਹੈ ਐਕੂਰੇਟ ਫਿਗਰ। ਸਟੇਟਸ ਇੰਡੀਆ ਦੇ ਵਿੱਚ ਪ੍ਰੈਜੈਂਟ ਟਾਈਮ ਦੇ ਵਿੱਚ 28 ਨੇ ਅਤੇ ਯੂਨੀਅਨ ਟੈਰੀਟਰੀ 8। ਇਹਨਾਂ ਦੇ ਨਾਮ ਅਸੀਂ ਦੇਖਾਂਗੇ, ਇਹਨਾਂ ਦੇ ਨਾਮ ਵਗੈਰਾ ਵੀ ਦੇਖਾਂਗੇ। ਖੇਤਰਫਲ, ਹੋਰ ਜਾਣਕਾਰੀ ਅਸੀਂ ਸਾਰਣੀ ਦੇ ਨਕਸ਼ੇ ਦੇ ਵਿੱਚ ਜਿਹੜੀ ਵਿਸਤਾਰ ਸਹਿਤ ਦਿੱਤੀ ਹੋਈ ਹੈ ਉਸ ਨੂੰ ਡਿਸਕਸ ਕਰਦੇ ਹਾਂ। ਅਗਰ ਅਸੀਂ ਇਹ ਮੈਪ ਦੇ ਵਿੱਚ ਦੇਖ ਸਕਦੇ ਹਾਂ, ਭਾਰਤ ਕੌਮਾਂਤਰੀ ਸਰਹੱਦ ਨਾਲ ਲੱਗਦੇ ਰਾਜ। ਮੈਪ ਦੇ ਵਿੱਚ ਜਿਸ ਤਰ੍ਹਾਂ ਪਾਕਿਸਤਾਨ ਹੈ ਸਾਡਾ ਗਵਾਂਢੀ ਮੁਲਕ, ਅਫਗਾਨਿਸਤਾਨ ਹੈ, ਤਜ਼ਾਕਿਸਤਾਨ ਹੈ, ਚੀਨ ਹੈ, ਭੂਟਾਨ ਹੈ, ਨੇਪਾਲ ਹੈ, ਬੰਗਲਾਦੇਸ਼ ਹੈ, ਮਿਆਂਮਾਰ ਹੈ। ਤਾਂ ਇੱਥੇ ਕਈ ਵਾਰ ਪ੍ਰਸ਼ਨ ਪੁੱਛੇ ਜਾਂਦੇ ਨੇ ਕਿ ਕਿਹੜੀ ਸਟੇਟ ਦੀ ਬਾਉਂਡਰੀ ਕਿਹੜੀ ਕੰਟਰੀ ਦੇ ਨਾਲ ਲੱਗਦੀ ਹੈ। ਜਿਸ ਤਰ੍ਹਾਂ ਗੁਜਰਾਤ, ਰਾਜਸਥਾਨ, ਪੰਜਾਬ, ਜੰਮੂ ਐਂਡ ਕਸ਼ਮੀਰ, ਇਸ ਦੀ ਜਿਹੜੀ ਸੀਮਾ ਹੈ ਪਾਕਿਸਤਾਨ ਦੇ ਨਾਲ ਸਾਂਝੀ ਹੈ। ਇਸੇ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਜੰਮੂ ਐਂਡ ਕਸ਼ਮੀਰ ਦਾ ਜੋ LOC ਵਾਲਾ ਪਾਰਟ ਹੈ ਅਫਗਾਨਿਸਤਾਨ ਦੇ ਨਾਲ ਸਾਂਝਾ ਹੁੰਦਾ ਹੈ। ਇਸੇ ਤਰ੍ਹਾਂ ਹਿਮਾਚਲ, ਉੱਤਰਾਖੰਡ ਅਤੇ ਜੰਮੂ ਐਂਡ ਕਸ਼ਮੀਰ ਦੇ ਕੁਛ ਭਾਗ, ਮੌਜੂਦਾ ਲੱਦਾਖ ਸਟੇਟ ਦੇ ਯੂਟੀ ਦੇ ਕੁਛ ਕੁ ਭਾਗ ਚੀਨ ਦੇ ਨਾਲ ਜਿਹੜੇ ਹੈਗੇ ਨੇ, ਇਹਨਾਂ ਦੀ ਬਾਉਂਡਰੀ ਸਾਂਝੀ ਹੈ। ਅਸੀਂ ਉੱਤਰ ਪ੍ਰਦੇਸ਼, ਬਿਹਾਰ, ਸਿੱਕਮ ਦੀ ਬਾਉਂਡਰੀ ਦੇਖ ਸਕਦੇ ਹਾਂ, ਨੇਪਾਲ ਦੇ ਨਾਲ ਲੱਗਦੀ ਹੈ। ਪੱਛਮੀ ਬੰਗਾਲ ਦੀ ਜਿਹੜੀ ਹੈ ਬਾਉਂਡਰੀ ਬੰਗਲਾਦੇਸ਼ ਦੇ ਨਾਲ ਲੱਗਦੀ ਆ। ਇਸ ਤਰ੍ਹਾਂ ਜਿਹੜੀ ਆ ਇਹ ਪ੍ਰਸ਼ਨ ਇਹਨਾਂ ਦੇ ਵਿੱਚ ਪੁੱਛੇ ਜਾ ਸਕਦੇ ਨੇ, ਤੁਸੀਂ ਇਸ ਨੂੰ ਵੀ ਦੇਖ ਸਕਦੇ ਹੋ। ਹੁਣ ਅਸੀਂ ਗੱਲ ਕਰਦੇ ਹਾਂ ਕਿ ਸਾਡੀਆਂ ਜੋ ਸਟੇਟਸ ਨੇ ਉਹਨਾਂ ਦੇ ਬਾਰੇ ਅਸੀਂ ਥੋੜ੍ਹੀ ਜਿਹੀ ਜਾਣਕਾਰੀ ਹਾਸਲ ਕਰਦੇ ਹਾਂ। ਜਿਸ ਤਰ੍ਹਾਂ ਆਂਧਰਾ ਪ੍ਰਦੇਸ਼ ਸਟੇਟ ਹੈ, ਜਿਸ ਦੀ ਰਾਜਧਾਨੀ ਹੈਦਰਾਬਾਦ ਹੈ। ਪਰ ਹੁਣ ਜੋ ਆਂਧਰਾ ਪ੍ਰਦੇਸ਼ ਹੈ ਉਸ ਤੋਂ ਤੇਲੰਗਾਨਾ ਸਟੇਟ ਅਲੱਗ ਹੋ ਗਈ, ਉਸ ਦੀ ਰਾਜਧਾਨੀ ਜੋ ਹੈਦਰਾਬਾਦ ਬਣ ਗਈ ਹੈ। ਅਰੁਣਾਚਲ ਪ੍ਰਦੇਸ਼ ਹੈ, ਉਸ ਦੀ ਰਾਜਧਾਨੀ ਈਟਾਨਗਰ ਹੈ। ਇਸ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਪੁੱਛੇ ਜਾ ਸਕਦੇ ਨੇ ਕਿ ਕਿਸ ਸਟੇਟ ਦੀ ਰਾਜਧਾਨੀ ਕਿਹੜੀ ਹੈ। ਅਸੀਂ ਸਾਈਜ਼ ਦੇ ਅਕੋਰਡਿੰਗ ਦੇਖ ਸਕਦੇ ਹਾਂ, ਸਭ ਤੋਂ ਜੋ ਵੱਡੀ ਸਟੇਟ ਹੈ ਇੰਡੀਆ ਦੀ ਅਕੋਰਡਿੰਗ ਟੂ ਸਾਈਜ਼, ਤਾਂ ਇੱਥੇ ਜੋ ਅਕੋਰਡਿੰਗ ਟੂ ਸਾਈਜ਼ ਅਸੀਂ ਦੇਖ ਸਕਦੇ ਹਾਂ ਕਿ ਖੇਤਰਫਲ ਦੇ ਹਿਸਾਬ ਦੇ ਨਾਲ ਜੋ ਰਾਜਸਥਾਨ ਹੈ ਉਹ ਇੰਡੀਆ ਦੀ ਸਭ ਤੋਂ ਵੱਡੀ ਸਟੇਟ ਹੈ, ਜਿਸ ਦੀ ਰਾਜਧਾਨੀ ਦਾ ਨਾਮ ਜੈਪੁਰ ਹੈ। ਉਸ ਦਾ ਟੋਟਲ ਜੋਗ੍ਰਾਫੀਕਲ ਏਰੀਆ ਖੇਤਰਫਲ ਵਰਗ ਕਿਲੋਮੀਟਰਾਂ ਦੇ ਵਿੱਚ 3,42,239 ਕਿਲੋਮੀਟਰ ਬਣਦਾ ਹੈ। ਅਤੇ ਉੱਥੇ ਜਿਹੜੀ ਮੁੱਖ ਭਾਸ਼ਾ ਹਿੰਦੀ ਅਤੇ ਰਾਜਸਥਾਨੀ ਬੋਲੀ ਜਾਂਦੀ ਹੈ। ਅਤੇ ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਕਿ ਇੰਡੀਆ ਦੀ ਸਭ ਤੋਂ ਵੱਡੀ ਸਟੇਟ ਕਿਹੜੀ ਹੈ, ਉਸ ਦਾ ਖੇਤਰਫਲ ਕਿੰਨਾ ਹੈ, ਤਾਂ ਇਸ ਦਾ ਆਨਸਰ ਹੈ ਰਾਜਸਥਾਨ। ਇਸ ਦੀ ਰਾਜਧਾਨੀ ਜੈਪੁਰ ਹੈ। 3,42,239 ਵਰਗ ਕਿਲੋਮੀਟਰ ਜਿਹੜਾ ਏਰੀਆ ਇਸ ਦਾ ਬਣਦਾ ਹੈ। ਉੱਥੇ ਹਿੰਦੀ ਅਤੇ ਰਾਜਸਥਾਨੀ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ। ਫਿਰ ਇੱਕ ਪ੍ਰਸ਼ਨ ਇੰਪੋਰਟੈਂਟ ਬਣਦਾ ਹੈ ਕਿ ਸਭ ਤੋਂ ਛੋਟੀ ਸਟੇਟ ਕਿਹੜੀ ਹੈ ਅਕੋਰਡਿੰਗ ਟੂ ਏਰੀਆ। ਸਾਈਜ਼ ਦੇ ਅਕੋਰਡਿੰਗ ਤਾਂ ਗੋਆ ਬਣਦੀ ਹੈ ਸਭ ਤੋਂ ਛੋਟੀ ਸਟੇਟ, ਜਿਸ ਦੀ ਰਾਜਧਾਨੀ ਦਾ ਨਾਮ ਪਣਜੀ ਹੈ। ਟੋਟਲ ਏਰੀਆ 3702 ਵਰਗ ਕਿਲੋਮੀਟਰ। ਕੋਂਕਣੀ ਅਤੇ ਮਰਾਠੀ ਭਾਸ਼ਾ ਇੱਥੇ ਬੋਲੀ ਜਾਂਦੀ ਹੈ। ਸਭ ਤੋਂ ਵੱਡੀ ਰਾਜਸਥਾਨ ਤੁਸੀਂ ਯਾਦ ਰੱਖਣਾ, ਅਤੇ ਸਭ ਤੋਂ ਛੋਟੀ ਗੋਆ। ਇਸੇ ਤਰ੍ਹਾਂ ਅਸੀਂ ਆਪਣੀ ਸਟੇਟ ਪੰਜਾਬ ਦੇ ਬਾਰੇ ਦੇਖਦੇ ਹਾਂ।
ਪੰਜਾਬ ਦੇ ਵਿੱਚ ਜਿਸ ਦੀ ਰਾਜਧਾਨੀ ਹੈ ਚੰਡੀਗੜ੍ਹ ਹੈ। ਇਸ ਦਾ ਟੋਟਲ ਜੋਗ੍ਰਾਫੀਕਲ ਏਰੀਆ 50,362 ਵਰਗ ਕਿਲੋਮੀਟਰ ਬਣਦਾ ਹੈ ਅਤੇ ਇੱਥੇ ਜਿਹੜੀ ਸਾਡੀ ਰਾਜ ਭਾਸ਼ਾ ਹੈ ਉਹ ਪੰਜਾਬੀ ਹੈ। ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਨੇ ਪੁੱਛੇ ਜਾ ਸਕਦੇ ਨੇ। ਅਤੇ ਇੱਥੇ ਜਿਹੜਾ ਇੰਟਰਸਟਿੰਗ ਹੈ ਜੰਮੂ ਐਂਡ ਕਸ਼ਮੀਰ। ਜੰਮੂ ਐਂਡ ਕਸ਼ਮੀਰ ਪਹਿਲਾਂ ਸਾਡੀ ਸਟੇਟ ਹੁੰਦੀ ਸੀ, ਪਰ ਗੌਰਮੈਂਟ ਆਫ ਇੰਡੀਆ ਨੇ ਇਸ ਨੂੰ ਕੀ ਬਣਾ ਦਿੱਤਾ, ਜੰਮੂ ਐਂਡ ਕਸ਼ਮੀਰ ਨੂੰ ਅਲੱਗ ਯੂਟੀ ਬਣਾ ਦਿੱਤਾ ਅਤੇ ਲੱਦਾਖ ਨੂੰ ਸੈਪਰੇਟ ਯੂਟੀ ਬਣਾ ਦਿੱਤਾ ਗਿਆ। ਤਾਂ ਇਸ ਦੇ ਨਾਲ ਕੀ ਸੀ, ਜਿਹੜੀਆਂ ਸਾਡੀਆਂ ਯੂਟੀ ਦੀਆਂ ਉਹਨਾਂ ਦੀ ਸੰਖਿਆ ਪਹਿਲਾਂ 7 ਹੁੰਦੀ ਸੀ ਅਤੇ ਬਾਅਦ ਦੇ ਵਿੱਚ ਉਹਨਾਂ ਦੀ ਸੰਖਿਆ ਕਿੰਨੀ ਹੋ ਗਈ, 9 ਹੋ ਗਈ। ਪਰ ਬਾਅਦ ਦੇ ਵਿੱਚ ਦਮਨ ਐਂਡ ਨਾਗਰਾ ਹਵੇਲੀ ਅਤੇ ਦਮਨ ਐਂਡ ਦਿਊ ਉਸ ਨੂੰ ਵੀ ਇੱਕ ਕਰ ਦਿੱਤਾ ਗਿਆ ਅਤੇ ਅੱਜ ਕੱਲ੍ਹ ਸਾਡੇ ਕੋਲ ਜੋ ਯੂਟੀ ਦੀ ਸੰਖਿਆ ਉਹ 8 ਦੇਖਣ ਨੂੰ ਮਿਲਦੀ ਹੈ। ਇਸ ਨੂੰ ਵੀ ਅਸੀਂ ਡਿਸਕਸ ਕਰਾਂਗੇ। ਇੱਥੇ ਪ੍ਰਸ਼ਨ ਇਹ ਬਣਦਾ ਹੈ ਕਿ ਜੰਮੂ ਐਂਡ ਕਸ਼ਮੀਰ ਅੱਜ ਕੱਲ੍ਹ ਸਟੇਟ ਨਹੀਂ ਹੈ। ਜੰਮੂ ਐਂਡ ਕਸ਼ਮੀਰ ਅਲੱਗ ਯੂਟੀ ਹੈ। ਇਸ ਦੇ ਵਿੱਚੋਂ ਇੱਕ ਹਿੱਸਾ ਲੱਦਾਖ ਆ ਜਿਹੜਾ ਯੂਟੀ ਉਹ ਕ੍ਰੀਏਟ ਕਰ ਦਿੱਤੀ ਗਈ ਹੈ। 31 ਅਕਤੂਬਰ 2019 ਨੂੰ ਗੌਰਮੈਂਟ ਆਫ ਇੰਡੀਆ ਨੇ ਇਹ ਕਦਮ ਚੁੱਕਿਆ ਸੀ। ਤਾਂ ਸਾਡੇ ਕੋਲ ਜਿਹੜੀਆਂ ਸਟੇਟਸ ਨੇ ਅੱਜ ਕੱਲ੍ਹ ਉਹਨਾਂ ਦੀ ਟੋਟਲ ਹੁਣ ਸੰਖਿਆ 28 ਹੈ ਪ੍ਰੈਜੈਂਟ ਟਾਈਮ ਦੇ ਵਿੱਚ। ਇਸ ਤਰ੍ਹਾਂ ਦੇ ਜਿਹੜੇ ਸਵਾਲ ਨੇ ਪੁੱਛੇ ਜਾ ਸਕਦੇ ਨੇ। ਅਗਰ ਅਸੀਂ ਯੂਟੀ ਦੀ ਗੱਲ ਕਰੀਏ, ਜਿਸ ਤਰ੍ਹਾਂ ਵੀਡੀਓ ਦੇ ਸ਼ੁਰੂ ਦੇ ਵਿੱਚ ਵੀ ਅਸੀਂ ਕਿਹਾ ਸੀ ਕਿ ਪੁਰਾਣੇ ਟਾਈਮ ਦੇ ਵਿੱਚ ਇੰਡੀਆ ਦੇ ਵਿੱਚ ਕੀ ਸੀ, 7 ਯੂਟੀਜ਼ ਹੁੰਦੀਆਂ ਸੀ। ਬਾਅਦ ਦੇ ਵਿੱਚ ਇਸ ਦੇ ਵਿੱਚ ਜੰਮੂ ਐਂਡ ਕਸ਼ਮੀਰ ਐਂਡ ਲੱਦਾਖ ਨੂੰ ਐਡ ਕਰ ਦਿੱਤਾ ਗਿਆ 31 ਅਕਤੂਬਰ 2019 ਦੇ ਵਿੱਚ। ਤਾਂ ਇਹਨਾਂ ਦੀ ਸੰਖਿਆ 9 ਹੋ ਜਾਂਦੀ ਹੈ। ਤਾਂ ਦੇਖੋ ਇੱਥੇ ਅੰਡੇਮਾਨ ਨਿਕੋਬਾਰ ਸਾਡੀ ਪਹਿਲੀ ਯੂਟੀ ਹੈ। ਉਸ ਤੋਂ ਬਾਅਦ ਚੰਡੀਗੜ੍ਹ ਸੈਕੰਡ। ਫਿਰ ਕੀ ਹੋਇਆ, ਦਾਦਰਾ ਅਤੇ ਨਗਰ ਹਵੇਲੀ, ਦਮਨ ਐਂਡ ਦਿਊ। ਤਾਂ ਗੌਰਮੈਂਟ ਆਫ ਇੰਡੀਆ ਨੇ ਕੀ ਕਰਿਆ, 26 ਜਨਵਰੀ 2020 ਨੂੰ 26 ਜਨਵਰੀ 2020 ਨੂੰ ਇਹਨਾਂ ਦੋਨਾਂ ਯੂਟੀ ਨੂੰ ਇੱਕ ਕਰ ਦਿੱਤਾ, ਯਾਨੀ ਕਿ ਇਹਨਾਂ ਨੂੰ ਜੁਆਇੰਟ ਕਰ ਦਿੱਤਾ ਗਿਆ। ਅੱਜ ਕੱਲ੍ਹ ਦਾਦਰਾ ਅਤੇ ਨਗਰ ਹਵੇਲੀ, ਦਮਨ ਐਂਡ ਦਿਊ ਸਾਡੀ ਕੀ ਆ, ਇੱਕ ਜੁਆਇੰਟ ਯੂਟੀ ਹੈ। ਇਹ ਅਲੱਗ-ਅਲੱਗ ਨਹੀਂ ਹੈ। ਤਾਂ ਇਸ ਨੂੰ ਅਸੀਂ ਨੰਬਰ ਦੇ ਵਿੱਚ ਦੇਖ ਸਕਦੇ ਹਾਂ। 1 ਨੰਬਰ 'ਤੇ ਅੰਡੇਮਾਨ ਐਂਡ ਨਿਕੋਬਾਰ, ਸੈਕੰਡ ਚੰਡੀਗੜ੍ਹ, ਥਰਡ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਐਂਡ ਦਿਊ, 4th ਦਿੱਲੀ NCR, ਫਿਰ ਲਕਸ਼ਦੀਪ, 6 ਸਾਡੇ ਕੋਲ ਪੌਂਡੀਚੇਰੀ ਹੈ। ਉਸ ਤੋਂ ਬਾਅਦ ਅਸੀਂ 7th ਦੇਖ ਸਕਦੇ ਹਾਂ ਜੰਮੂ ਐਂਡ ਕਸ਼ਮੀਰ, 8th ਸਾਡੇ ਕੋਲ ਲੱਦਾਖ ਯੂਟੀ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਇਹ ਕੁਐਸਚਨ ਨੇ ਅਪ ਟੂ ਡੇਟ ਨੇ, ਤੁਸੀਂ ਇਹਨਾਂ ਨੂੰ ਵੀ ਧਿਆਨ ਦੇ ਨਾਲ ਦੇਖਣਾ ਹੈ। ਆਈ ਹੋਪ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਅੱਜ ਕੱਲ੍ਹ ਕੀ ਆ, ਦਾਦਰਾ ਅਤੇ ਨਗਰ ਹਵੇਲੀ, ਦਮਨ ਐਂਡ ਦਿਊ ਇੱਕ ਸਾਂਝੀ ਯੂਟੀ ਹੈ, ਉਹ ਅਲੱਗ-ਅਲੱਗ ਨਹੀਂ ਹੈਗੀ। ਗੌਰਮੈਂਟ ਆਫ ਇੰਡੀਆ ਨੇ 26 ਜਨਵਰੀ 2020 ਨੂੰ ਇਹਨਾਂ ਨੂੰ ਇੱਕ ਕਰ ਦਿੱਤਾ ਸੀ। ਅਤੇ 31 ਜਨਵਰੀ 2019 ਨੂੰ ਗੌਰਮੈਂਟ ਆਫ ਇੰਡੀਆ ਨੇ 2 ਨਵੀਆਂ ਯੂਟੀਆਂ ਬਣਾਈਆਂ ਸੀ, ਜਿਸ ਦੇ ਵਿੱਚ ਕੀ ਸੀ, ਫਸਟ ਬਣੀ ਸੀ ਜੰਮੂ ਐਂਡ JNK, ਉਸ ਤੋਂ ਬਾਅਦ ਲੱਦਾਖ ਬਣੀ ਸੀ। ਇਸੇ ਤਰ੍ਹਾਂ ਸਾਡੀ ਟੋਟਲ ਯੂਟੀ ਦੀ ਸੰਖਿਆ ਕਿੰਨੀ ਹੋ ਗਈ ਸੀ, ਪਹਿਲਾਂ 9 ਹੋ ਗਈ ਸੀ। ਫਿਰ ਬਾਅਦ ਦੇ ਵਿੱਚ ਗੌਰਮੈਂਟ ਆਫ ਇੰਡੀਆ ਨੇ ਦਾਦਰਾ ਅਤੇ ਨਗਰ ਹਵੇਲੀ, ਦਮਨ ਐਂਡ ਦਿਊ ਨੂੰ ਇੱਕ ਕਰ ਦਿੱਤਾ ਗਿਆ। ਇਸ ਲਈ ਇਹ ਇੱਕ ਹੋ ਗਈ ਤਾਂ ਸੰਖਿਆ ਇੱਕ ਘੱਟ ਗਈ ਅਤੇ ਅੱਜ ਕੱਲ੍ਹ ਸਾਡੇ ਕੋਲ ਪ੍ਰੈਜੈਂਟ ਟਾਈਮ ਦੇ ਵਿੱਚ ਟੋਟਲ ਯੂਟੀ ਦੀ ਸੰਖਿਆ 8 ਬਣਦੀ ਹੈ। ਇਸ ਤਰ੍ਹਾਂ ਦੇ ਕੁਐਸਚਨਾਂ ਵੱਲ ਵੀ ਤੁਸੀਂ ਧਿਆਨ ਦੇਣਾ ਹੈ। ਅਗਰ ਅਸੀਂ ਅੱਗੇ ਗੱਲ ਕਰੀਏ ਤਾਂ ਮੈਪ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਭਾਰਤ ਭਾਸ਼ਾਵਾਂ 'ਤੇ ਬੋਲੀ ਹੈ। ਇੰਡੀਅਨ ਮੇਜਰ ਜਿਹੜੀਆਂ ਹੈਗੀਆਂ ਨੇ ਲੈਂਗੁਏਜਸ, ਅਸੀਂ ਉਹਨਾਂ ਨੂੰ ਦੇਖ ਸਕਦੇ ਹਾਂ। ਅਤੇ ਇੱਥੇ ਗਲੇਸ਼ੀਅਰ ਵੀ ਦਿਖਾਏ ਹੋਏ ਨੇ, ਇਹਨਾਂ ਨੂੰ ਵੀ ਅਸੀਂ ਦੇਖ ਸਕਦੇ ਹਾਂ। ਤਾਂ ਇਹ ਸਟੇਟਸ ਦੇ ਵਿੱਚ ਪੁੱਛਿਆ ਜਾ ਸਕਦਾ, ਜਿਸ ਤਰ੍ਹਾਂ ਪੰਜਾਬੀ ਕਿਹੜੇ ਖਿੱਤੇ ਦੀ ਭਾਸ਼ਾ ਹੈ, ਜਾਂ ਹਿਮਾਚਲ ਦੇ ਵਿੱਚ ਹਿੰਦੀ ਅਤੇ ਪਹਾੜੀ ਬੋਲੀ ਜਾਂਦੀ ਹੈ, ਰਾਜਸਥਾਨ ਦੀ ਭਾਸ਼ਾ ਕਿਹੜੀ ਹੈ, ਹਿੰਦੀ ਅਤੇ ਰਾਜਸਥਾਨੀ। ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਨੇ ਪੁੱਛੇ ਜਾ ਸਕਦੇ ਨੇ। ਅਗਰ ਅਸੀਂ ਸਾਊਥ ਇੰਡੀਆ ਦੀ ਗੱਲ ਕਰੀਏ ਤਾਂ ਉੱਥੇ ਲੈਂਗੁਏਜਸ ਹੈ, ਜਿੱਦਾਂ ਕੇਰਲਾ ਦੀ ਜੋ ਭਾਸ਼ਾ ਚੱਲਦੀ ਹੈ ਮਲਿਆਲਮ, ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ। ਤਾਮਿਲਨਾਡੂ ਦੀ ਭਾਸ਼ਾ ਤਾਮਿਲ, ਇੰਗਲਿਸ਼ ਵੀ ਉੱਥੇ ਕਾਫੀ ਬੋਲੀ ਜਾਂਦੀ ਹੈ। ਆਂਧਰਾ ਪ੍ਰਦੇਸ਼ ਦੇ ਵਿੱਚ ਤੇਲਗੂ ਅਤੇ ਉਰਦੂ ਬੋਲੀ ਜਾਂਦੀ ਹੈ। ਇਸੇ ਤਰ੍ਹਾਂ ਤੇਲੰਗਾਨਾ ਦੇ ਵਿੱਚ ਬੋਲੀ ਜਾਂਦੀ ਹੈ। ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਨੇ ਇਹ ਪੁੱਛੇ ਜਾ ਸਕਦੇ ਨੇ। ਜਾਂ ਨੌਰਥ ਈਸਟਰਨ ਜੋ ਸਟੇਟਸ ਨੇ ਇੰਡੀਆ ਦੀ, ਉੱਥੇ ਕਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਨੇ ਪੁੱਛੇ ਜਾ ਸਕਦੇ ਨੇ।
ਸੋ ਇਹ ਵੀ ਤੁਸੀਂ ਦੇਖਣੇ ਨੇ। ਲਾਸਟ ਦੇ ਵਿੱਚ ਅਸੀਂ ਸੰਖੇਪ ਸਮਰੀ ਦੀ ਗੱਲ ਕਰੀਏ ਇਸ ਚੈਪਟਰ ਦੇ ਵਿੱਚੋਂ ਜਿਹੜੇ ਇੰਪੋਰਟੈਂਟ ਪੁਆਇੰਟਸ ਸਾਨੂੰ ਬਾਹਰ ਨਿਕਲ ਕੇ ਆਉਂਦੇ ਨੇ ਜੋ ਕਿ ਬਹੁਤ ਹੀ ਮਹੱਤਵਪੂਰਨ ਨੇ, ਉਹਨਾਂ ਦੇ ਬਾਰੇ ਅਸੀਂ ਗੱਲ ਕਰਦੇ ਹਾਂ। ਭਾਰਤ ਸੰਸਾਰ ਵਿੱਚ ਖੇਤਰਫਲ ਪੱਖੋਂ 7ਵਾਂ ਵੱਡਾ ਦੇਸ਼ ਹੈ, ਇਹ ਵੀ ਸਾਨੂੰ ਪਤਾ, 7ਵਾਂ ਸਾਈਜ਼ ਦੇ ਅਕੋਰਡਿੰਗ। ਵਸੋਂ ਪੱਖੋਂ ਦੂਸਰਾ, ਚਾਈਨਾ ਤੋਂ ਬਾਅਦ ਇਹ ਦੂਸਰੇ ਸਥਾਨ 'ਤੇ ਆਉਂਦਾ, ਇਹਨੂੰ ਵੀ ਤੁਸੀਂ ਇੱਕ ਵਾਰੀ ਰਿਵਾਈਜ਼ ਕਰ ਲੈਣਾ ਹੈ। ਹਿਮਾਲਿਆ ਦਾ ਪਸਾਰ ਭਾਰਤ ਨੂੰ ਏਸ਼ੀਆ ਦੀ ਧਰਤੀ ਨਾਲੋਂ ਅੱਡਰਾ ਕਰਕੇ ਉਪ ਮਹਾਂਦੀਪ ਬਣਾ ਦਿੰਦਾ ਹੈ। ਅਸੀਂ ਇਹ ਵੀ ਸਹੀ ਪੜ੍ਹਿਆ ਸੀ ਕਿ ਜਿਹੜੀ ਹਿਮਾਲਿਆ ਪਰਬਤ ਦੀ ਚੇਨ ਆ ਉਹ ਕਾਫੀ ਜ਼ਿਆਦਾ ਲੰਮੀ ਹੈ ਅਤੇ ਇਹ ਇੰਡੀਆ ਨੂੰ ਇੱਕ ਉਪ ਮਹਾਂਦੀਪ ਦਾ ਜਿਹੜਾ ਦਰਜਾ ਦਿਵਾਉਂਦਾ ਹੈ, ਕਿਉਂਕਿ ਇਸ ਦੇ ਚੋਟੀਆਂ ਕਾਫੀ ਜ਼ਿਆਦਾ ਉੱਚੀਆਂ ਹਨ। ਇਸੇ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਭਾਰਤ ਦਾ ਖੜਮਾ ਨਾਰਥ ਤੋਂ ਲੈ ਕੇ ਸਾਊਥ ਵਿੱਚ ਜੋ ਵਿਸਤਾਰ ਹੈ ਕਿੰਨਾ ਹੈ, ਉਹ ਵੀ ਅਸੀਂ ਪੜ੍ਹਿਆ ਸੀ, 3214 ਕਿਲੋਮੀਟਰ ਬਣਦਾ ਹੈ। ਇਸੇ ਤਰ੍ਹਾਂ ਲੇਟਮਾ ਵਿਸਤਾਰ ਈਸਟ ਤੋਂ ਲੈ ਕੇ ਵੈਸਟ ਵੱਲ ਜੋ ਵਿਸਤਾਰ ਹੈ ਪੂਰਬ ਤੋਂ ਪੱਛਮ ਵੱਲ, ਉਸ ਨੂੰ ਅਸੀਂ 2933 ਕਹਿ ਸਕਦੇ ਹਾਂ, ਜੋ ਹੈ ਇਹ ਵੀ ਸਹੀ ਹੈ। ਤਾਂ ਤੁਸੀਂ ਇੱਥੇ ਕਨਫਿਊਜ਼ ਨਹੀਂ ਹੋਣਾ। ਇੱਥੇ ਐਗਜ਼ਾਮੀਨਰ ਭਾਰਤ ਦਾ ਖੜਮਾ ਵਿਸਤਾਰ ਪੁੱਛ ਸਕਦੇ ਆ, ਤਾਂ ਖੜਮੇ ਵਿਸਤਾਰ ਦਾ ਕੀ ਆਨਸਰ ਆਊਗਾ? ਨਾਰਥ ਤੋਂ ਸਾਊਥ ਵੱਲ ਉਸ ਦਾ ਪਸਾਰ ਕਿੰਨਾ ਹੈ, ਵਿਸਤਾਰ ਕਿੰਨਾ ਹੈ? 3214 ਕਿਲੋਮੀਟਰ। ਲੇਟਮਾ ਪੁੱਛ ਰਿਹਾ ਐਗਜ਼ਾਮੀਨਰ, ਲੇਟਮੇ ਦਾ ਮੀਨਿੰਗ ਕੀ ਆ? ਈਸਟ ਤੋਂ ਵੈਸਟ ਵੱਲ ਭਾਰਤ ਦਾ ਪਸਾਰ ਕਿੰਨਾ ਹੈ? 2933 ਕਿਲੋਮੀਟਰ। ਇਹ ਵੀ ਆਪਾਂ ਕੁਐਸਚਨ ਫਸਟ ਵੀਡੀਓ ਦੇ ਵਿੱਚ ਡਿਸਕਸ ਕਰੇ ਸੀ, ਆਈ ਹੋਪ ਤੁਹਾਨੂੰ ਕਲੀਅਰ ਹੋਣਗੇ। ਉਸ ਤੋਂ ਬਾਅਦ ਭਾਰਤੀ ਮਾਨਕ ਸਮਾਂ ਕੌਮਾਂਤਰੀ ਮਾਨਕ ਸਮੇਂ ਤੋਂ 5 ਘੰਟੇ 30 ਮਿੰਟ ਅੱਗੇ ਹੈ। ਆਈ ਹੋਪ ਤੁਹਾਨੂੰ ਇਹ ਵੀ ਕਲੀਅਰ ਹੋਵੇਗਾ ਕਿ ਜੋ 0 ਡਿਗਰੀ ਮਰੀਡੀਅਨ ਹੈ, ਗ੍ਰੀਨ ਵਿੱਚ ਮਰੀਡੀਅਨ, ਜਦੋਂ ਉਸ 'ਤੇ 12 ਵੱਜਦੇ ਹਨ ਤਾਂ ਇੰਡੀਆ ਦੇ ਵਿੱਚ 82 ਡਿਗਰੀ 30 ਮਿੰਟ ਦੇ ਉੱਪਰ 5:30 ਵਜੇ ਹੁੰਦੇ ਹਨ। ਸਾਡਾ ਜੋ ਸਮਾਂ ਹੈ ਗ੍ਰੀਨ ਵਿੱਚ ਮਰੀਡੀਅਨ ਤੋਂ 0 ਡਿਗਰੀ ਮਰੀਡੀਅਨ ਤੋਂ 5.5 ਘੰਟੇ ਅੱਗੇ ਹੈ। ਇਸ ਤਰ੍ਹਾਂ ਦੇ ਸਵਾਲ ਹਰ ਸਾਲ ਪੁੱਛੇ ਜਾਂਦੇ ਹਨ ਕਿ ਗ੍ਰੀਨ ਵਿੱਚ ਮਰੀਡੀਅਨ ਜਾਂ 0 ਡਿਗਰੀ ਪ੍ਰਾਈਮ ਮਰੀਡੀਅਨ ਜੋ 0 ਡਿਗਰੀ ਹੈ ਉਸ ਤੋਂ ਸਾਡਾ ਇੰਡੀਅਨ ਸਟੈਂਡਰਡ ਟਾਈਮ ਕਿੰਨੇ ਘੰਟੇ ਅੱਗੇ ਹੈ? ਤਾਂ ਇਸ ਦਾ ਆਨਸਰ ਹੈ 5 ਘੰਟੇ 30 ਮਿੰਟ ਅੱਗੇ ਹੈ। ਭਾਰਤ ਦੀ ਹੱਦਾਂ ਨੂੰ ਛੂਹਣ ਵਾਲੇ ਦੇਸ਼ਾਂ ਦੀ ਗਿਣਤੀ ਕਿੰਨੀ ਹੈ? ਇਹ ਵੀ ਅਸੀਂ ਡਿਸਕਸ ਕਰਿਆ ਸੀ। 7 ਦੇਸ਼ ਬਣਦੇ ਹਨ ਜਿਨ੍ਹਾਂ ਦੀ ਬਾਉਂਡਰੀ ਇੰਡੀਆ ਦੀ ਬਾਉਂਡਰੀ ਦੇ ਨਾਲ ਟੱਚ ਕਰਦੀ ਹੈ। ਫਿਰ ਅਸੀਂ ਪੜ੍ਹਿਆ ਸੀ ਭਾਰਤ ਦੀ ਜ਼ਮੀਨੀ ਸਰਹੱਦ ਕਿੰਨੀ ਹੈ? 15,200 ਕਿਲੋਮੀਟਰ। ਇਹ ਵੀ ਇੰਟਰਸਟਿੰਗ ਕੁਐਸਚਨ ਹਰ ਸਾਲ ਪੁੱਛਿਆ ਜਾਂਦਾ ਹੈ। ਲੈਂਡ ਫਰੰਟੀਅਰ 15,200 ਕਿਲੋਮੀਟਰ। ਤੱਟ ਰੇਖਾ ਜੋ ਕੋਸਟ ਲਾਈਨ ਹੈ ਉਸ ਦੀ ਅਸੀਂ ਕਿਲੋਮੀਟਰ ਦੇ ਵਿੱਚ ਲੰਬਾਈ ਦੇਖਦੇ ਹਾਂ, 7516 ਕਿਲੋਮੀਟਰ ਬਣਦੀ ਹੈ। ਇਹ ਇਸ ਤਰ੍ਹਾਂ ਦੇ ਸਵਾਲ ਨੇ ਜਿਹੜੇ ਇਹ ਪੁੱਛੇ ਜਾਂਦੇ ਹਨ। ਫਿਰ ਹੈ ਸਾਰਕ। ਇਹ ਵੀ ਅਸੀਂ ਡਿਸਕਸ ਕਰਿਆ ਸੀ। ਸਾਰਕ ਤੋਂ ਕੀ ਭਾਵ ਹੈ? ਸਾਰਕ ਦੀ ਫੁੱਲ ਫਾਰਮ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ। ਇਸ ਤਰ੍ਹਾਂ ਦੇ ਜਿਹੜੇ ਸਵਾਲ ਨੇ ਪੁੱਛੇ ਜਾਂਦੇ ਨੇ। ਸਾਰਕ ਦੇਸ਼ਾਂ ਦੇ ਵਿੱਚ ਕਿੰਨੇ ਦੇਸ਼ਾਂ ਦੀ ਜਿਹੜੀ ਹੈਗੇ ਨੇ ਇਨਵੋਲਵ ਨੇ? ਇਸ ਦੇ ਵਿੱਚ 8 ਦੇਸ਼ ਇਨਵੋਲਵ ਨੇ। ਇਸ ਤਰ੍ਹਾਂ ਦੇ ਸਵਾਲ ਵੀ ਆ ਸਕਦੇ ਨੇ। ਪਹਿਲਾਂ ਸਾਰਕ ਦੀ ਫੁੱਲ ਫਾਰਮ ਅਤੇ ਕਿੰਨੇ ਜੋ ਅਲਾਇੰਸ ਦੇਸ਼ ਨੇ ਇਸ ਦੇ ਵਿੱਚ ਹੈਗੇ ਨੇ ਇਨਵੋਲਵ ਨੇ? 8 ਦੇਸ਼। ਭਾਰਤ ਵਿੱਚ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਇੱਥੇ ਜਿਹੜਾ ਹੈ ਇਹ ਪੁਰਾਣੀ ਬੁੱਕ ਹੈ, ਤਾਂ ਤੁਸੀਂ ਨਿਊ ਜਿਹੜੀ ਅਪਡੇਟ ਆ ਉਸ ਦੇ ਅਕੋਰਡਿੰਗ ਚੱਲਣਾ ਹੈ। ਪ੍ਰੈਜੈਂਟ ਟਾਈਮ ਦੇ ਵਿੱਚ ਸਾਡੇ ਕੋਲ 28 ਸਟੇਟਸ ਨੇ ਅਤੇ 8 ਯੂਨੀਅਨ ਟੈਰੀਟਰੀ ਨੇ। ਚੰਡੀਗੜ੍ਹ ਅਤੇ ਹੈਦਰਾਬਾਦ ਦੋ ਅਜਿਹੇ ਸ਼ਹਿਰ ਹਨ ਜੋ ਇੱਕ ਤੋਂ ਵੱਧ ਰਾਜਾਂ ਦੀ ਰਾਜਧਾਨੀ ਹਨ। ਇਹ ਵੀ ਸਹੀ ਹੈ। ਜਿਸ ਤਰ੍ਹਾਂ ਚੰਡੀਗੜ੍ਹ ਹੈ ਜੋ ਪੰਜਾਬ ਐਂਡ ਹਰਿਆਣਾ ਦੀ ਰਾਜਧਾਨੀ ਹੈ, ਇਸੇ ਤਰ੍ਹਾਂ ਹੈਦਰਾਬਾਦ ਜੋ ਤੇਲੰਗਾਨਾ ਅਤੇ ਸੀਮਾਂਦਰ ਜੋ ਰਾਜ ਨੇ ਉਹਨਾਂ ਦੀ ਰਾਜਧਾਨੀ ਹੈ। ਉਸ ਤੋਂ ਬਾਅਦ ਦਿੱਲੀ ਜੋ ਕਿ ਕੌਮੀ ਰਾਜਧਾਨੀ ਖੇਤਰ NCR ਹੈ ਦਾ ਨਵੀਂ ਦਿੱਲੀ ਇਲਾਕਾ ਕੌਮੀ ਰਾਜਧਾਨੀ ਹੈ। ਇਹ ਵੀ ਅਸੀਂ ਦੇਖ ਸਕਦੇ ਹਾਂ। NCR ਕੀ ਹੈ? ਜੋ ਦਿੱਲੀ ਦੇ ਆਲੇ ਦੁਆਲੇ ਦਾ ਖੇਤਰ ਹੈ, ਉਸ ਦੇ ਵਿੱਚ ਕਈ ਸਟੇਟਸ ਦੇ ਜਿਹੜੇ ਥੋੜ੍ਹੇ ਪਾਰਟਸ ਆਉਂਦੇ ਨੇ, ਤਾਂ ਉਸ ਨੂੰ ਅਸੀਂ NCR ਕਹਿੰਦੇ ਹਾਂ, ਨੈਸ਼ਨਲ ਕੈਪੀਟਲ ਰੀਜਨ, ਕੌਮੀ ਰਾਜਧਾਨੀ ਖੇਤਰ। ਤਾਂ ਨਵੀਂ ਦਿੱਲੀ ਇਲਾਕਾ ਕੌਮੀ ਰਾਜਧਾਨੀ ਹੈ। ਤਾਂ ਜਿਹੜੀ ਸਾਡੀ ਇੱਥੇ ਨਵੀਂ ਦਿੱਲੀ ਜਾਂ ਨਿਊ ਦਿੱਲੀ ਉਹ ਸਾਡੀ ਇੰਡੀਆ ਦੀ ਰਾਜਧਾਨੀ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਨੇ ਪੁੱਛੇ ਜਾ ਸਕਦੇ ਨੇ। ਆਈ ਹੋਪ ਤੁਹਾਨੂੰ ਇਹ ਚੈਪਟਰ ਚੰਗੀ ਤਰ੍ਹਾਂ ਕਲੀਅਰ ਹੋਵੇਗਾ। ਥੈਂਕ ਯੂ ਵੈਰੀ ਮੱਚ।